ਧੰਨ ਵਾਹਿਗੁਰੂ ਜੀਓ। ਗੋਂਡ ਭੈਰੋ ਭੂਤ ਸੀਤਲਾ ਧਾਵੈ, ਖਰ ਬਾਹਨ ਉਹ ਛਾਰ ਉਡਾਵੈ। ਹਉ ਤੋ ਏਕ ਰਮਈਆ ਲੈਹੋ, ਆਨ ਦੇਵ ਬਦਲਾਵਨ ਦਇਹੋ। ਰਹਾਉ शिव शिव करते जो नर ध्यावै, बरद चढ़े डोरू टमकावै। महामाई की पूजा करे, नर सै नार होए अवतरै। तू कहियत ही आद भवानी, मुकत की बरिया कहाँ शपानी। गुरमत राम नाम गहो मीता, प्रणवै नामा क्यों कहे गीता। गुरमतु राम नाम गहो मीता, प्रणवै नामा क्यों कहे गीता। वाहिगुरु जी का खालसा, वाहिगुरु जी की फतेह। दीन दुनी दे मालक सतगुरु धन धन गुरु ग्रंथ साहिब महाराज जी दे पावन हजूर सज बैठी गुरु सवारी साध संगत जीओ। अकाल पुरख वाहिगुरु जी ने अपार बख्शिश किरपा की है। सतगुरु की पावन बाणी दे पाठ अते कीर्तन गुरु सवारियां पासों श्रवण करदियां होया आप जी ने सतगुरु की पावन बाणी नाल सांझ बना के सतगुरु के दर दियां बख्शिशां दे पात्र बनने का यतन किया है। रोज़ाना के दीवाना विच आपां गुरु बख्शिश के पात्र बन के यतन कर रहे हाँ। भगत नामदेव साहिब महाराज के उचारण किए हुए पावन शब्दां की लड़ीवार विचार, महान पुरखां के उपदेश नूं समझण अते विचारण दा जिस लड़ी तहत आप जी ने हुणे ही जिस पावन शब्द का पाठ श्रवण किया है, गुरु ग्रंथ साहिब महाराज के अंक नंबर 874 उपर राग गोंड दे विच ये पावन शब्द सुभाईमान है। धन गुरु ग्रंथ साहिब जी की पावन बाणी एक निरंकार की उपासना के उत्ते बल अते जोर दिंदी है। किसी भी कुदरती ताकत की, मनुख मात्र की, किसी गैबी शक्ति की, किसी देवी देवते आदि की, किसी मूर्ति आदि की, किसी भी चीज़ की पूजा नूं सतगुरु की पावन बाणी विच किसी भी थां दे उत्ते प्रवान नहीं किया गया। जदों आप सतगुरु की पावन बाणी का आरंभ पढ़ते हो, एक ओंकार सतनाम करता पुरख निरभौ निरवैर अकाल मूरत अजूनी सैभं गुर प्रसाद। गुरु ग्रंथ साहिब जी दे विच सब तो वधेरे वार ਵੱਖ-ਵੱਖ चार रूपों ਦੇ ਵਿੱਚ ਇਸ ਮੰਗਲਾਚਰਨ ਨੂੰ ਥਾਂ ਪੁਰ ਥਾਂ ਦਰਜ ਕੀਤਾ ਗਿਆ ਤੇ ਇਸ ਦਾ ਕੋਈ ਮਾਇਨਾ ਜਾਂ ਕੋਈ ਮਤਲਬ ਹੈ। ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ
ਮੰਗਲਾਚਰਨ ਮੂਲ ਮੰਤਰ ਕਿਉਂ ਸਤਿਗੁਰੂ ਜੀ ਨੇ ਦਰਜ ਕੀਤਾ ਹੈ ਕਿ ਗੁਰਬਾਣੀ ਦੀ ਸਕ੍ਰਿਪਟ ਨੂੰ ਪੜ੍ਹਦਿਆਂ ਹੋਇਆਂ, ਬਾਣੀ ਦੇ ਸ਼ਬਦ ਨੂੰ ਪੜ੍ਹਦਿਆਂ ਹੋਇਆਂ, ਕਿਸੇ ਵੀ ਵਿਆਖਿਆ ਨੂੰ ਬਾਣੀ ਦੇ ਵਿੱਚ ਪੜ੍ਹਦਿਆਂ ਹੋਇਆਂ ਪੜ੍ਹਨ ਵਾਲਾ ਪਾਠਕ ਜਿਹੜਾ ਹੈ ਉਹ ਇਸ ਗੱਲ ਨੂੰ ਨਾ ਭੁੱਲੇ ਕਿ ਗੁਰਬਾਣੀ ਦਾ ਬੇਸਿਕ ਰੂਲ ਜਾਂ ਨਿਯਮ ਜਾਂ ਸਿਧਾਂਤ ਕੀ ਹੈ। ਜਦੋਂ ਸਤਿਗੁਰੂ ਨੇ ਆਪਣਾ ਕਲਾਮ, ਆਪਣਾ ਉਪਦੇਸ਼ ਹੀ ਇੱਕ ਤੋਂ ਆਰੰਭ ਕੀਤਾ ਹੈ, ਪਰਮੇਸ਼ਰ ਇੱਕ ਹੀ ਹੈ, ਉਹ ਇੱਕ ਬੱਝਵੀਂ ਸੱਤਾ ਹੈ ਅਤੇ ਉਹ ਸਰਵ ਵਿਆਪੀ ਹੈ, ਆਪਣੀ ਸਾਰੀ ਕੁਦਰਤ ਵਿੱਚ ਵਿਦਮਾਨ ਹੈ। ਉਸ ਦੀ ਹੋਂਦ ਨੂੰ ਕਦੇ ਕੋਈ ਖਤਰਾ ਪੈਦਾ ਨਹੀਂ ਹੁੰਦਾ। ਉਹ ਸਦੀਵ ਕਾਲ ਸਤ ਹੋਂਦ ਵਾਲਾ ਹੈ। ਫਿਰ ਉਸ ਨੂੰ ਹੀ ਕਰਤਾ ਲਿਖਿਆ ਵੀ ਉਹ ਕਰਤਾ, ਕ੍ਰੀਏਟਰ ਹੈ। ਪੁਰਖ ਦਾ ਮਤਲਬ ਹੈ ਆਪਣੀ ਰਚਨਾ ਵਿੱਚ, ਆਪਣੀ ਸਿਰਜਣਾ ਵਿੱਚ, ਆਪਣੀ ਕ੍ਰੀਏਸ਼ਨ ਵਿੱਚ ਜਿਹੜਾ ਮੌਜੂਦ ਹੈ, ਜਿਹੜਾ ਉਸ ਤੋਂ ਵੱਖਰਾ ਨਹੀਂ ਹੈ। ਫਿਰ ਉਸ ਨੂੰ ਨਿਰਭਉ ਨਿਰਵੈਰ ਵੀ ਲਿਖਿਆ ਵੀ ਉਸ ਦਾ ਕਿਸੇ ਨਾਲ ਕੋਈ ਵੈਰ ਨਹੀਂ। ਜਦੋਂ ਮਨੁੱਖ ਇਹ ਵੀ ਕਹਿ ਦਿੰਦਾ ਨਾ ਜੀਵਨ ਵਿੱਚ ਵਿਚਰਦਿਆਂ ਕੋਈ ਘਾਟਾ, ਤੋਟਾ, ਨੁਕਸਾਨ, ਕੋਈ ਹਾਨੀ ਸਾਡੇ ਜੀਵਨ ਵਿੱਚ ਕਿਸੇ ਵੀ ਕਿਸਮ ਦੀ ਵਾਪਰ ਜਾਏ, ਆਪਾਂ ਆਖਦੇ ਹਾਂ ਰੱਬ ਨੇ ਮੇਰੇ ਨਾਲ ਵੈਰ ਕੀਤਾ ਹੈ। ਇਹ ਸਾਡੀ ਈਗੋ ਵਿੱਚੋਂ ਨਿਕਲਦੀ ਹੋਈ ਗੱਲ ਹੈ। ਬਸ਼ਰਤੇ ਅਸੀਂ ਹੁੰਦੇ ਕੌਣ ਹਾਂ? ਇਹ ਬੜਾ ਅਹਿਮ ਸਵਾਲ ਹੈ ਵੀ ਮੈਂ ਕੌਣ ਹਾਂ ਜਿਸ ਨਾਲ ਰੱਬ ਵੈਰ ਕਰ ਰਿਹਾ ਹੈ। ਮੇਰੀ ਕੀ ਹਸਤੀ ਹੈ ਜਿਸ ਨੂੰ ਰੱਬ ਪ੍ਰਵਾਨ ਨਹੀਂ ਕਰ ਰਿਹਾ? ਕੀ ਉਹਦੇ ਤੋਂ ਬਿਨਾਂ ਮੇਰੀ ਕੋਈ ਹਸਤੀ ਹੈ? ਜਦੋਂ ਮੇਰਾ ਵਜੂਦ ਹੀ ਉਹਦੀ ਬਖਸ਼ਿਸ਼ ਉੱਤੇ ਖੜਾ ਹੈ, ਉਹਦੀ ਕਿਰਪਾ ਉੱਤੇ ਖੜਾ ਹੈ, ਜਾਂ ਤੇ ਹੋਵੇ ਨਾ ਮੈਂ ਕੋਈ ਵੱਖਰੀ ਚੀਜ਼ ਹਾਂ ਤੇ ਉਹ ਕੋਈ ਵੱਖਰੀ ਚੀਜ਼ ਹੈ। ਮੈਂ ਆਪਣੇ ਆਪ ਤੋਂ ਪੈਦਾ ਹੋਇਆ ਜੀਵ ਹਾਂ, ਮੇਰੀ ਉਤਪਤੀ ਦਾ ਕਾਰਨ ਮੈਂ ਹਾਂ, ਮੇਰੀ ਪੈਦਾਇਸ਼ ਦਾ ਕਾਰਨ ਮੈਂ ਹਾਂ, ਮੈਂ ਉਹਦੀ ਕਿਸੇ ਵੀ ਚੀਜ਼ ਜਾਂ ਕਿਸੇ ਵੀ ਰਚਨਾ ਦਾ ਭਾਗ ਨਹੀਂ ਹਾਂ। ਫਿਰ ਤਾਂ ਉਹ ਮੇਰੇ ਨਾਲ ਵੈਰ ਕਰੇ ਤੇ ਗੱਲ ਸਮਝ 'ਚ ਆਉਂਦੀ ਹੈ। ਜਦੋਂ ਮੈਂ ਕੁਝ ਹਾਂ ਹੀ ਨਹੀਂ, ਮੇਰਾ ਆਪਣਾ ਵਜੂਦ, ਮੇਰੀ ਆਪਣੀ ਹੋਂਦ ਹੀ ਉਸ ਦੀ ਬਖਸ਼ਿਸ਼ ਉੱਤੇ ਖੜੀ ਹੈ, ਉਸ ਦੀ ਕਿਰਪਾ ਉੱਤੇ ਖੜੀ ਹੈ, ਤਾਂ ਉਸ ਦਾ ਮੇਰੇ ਨਾਲ ਵੈਰ ਕਰਨ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ। ਮੈਂ ਤਾਂ ਪਾਣੀ ਤੋਂ ਉੱਠਦੀ ਹੋਈ ਇੱਕ ਛੱਲ ਤੇ ਲਹਿਰ ਹਾਂ, ਜੋ ਉਸ ਵਿੱਚੋਂ ਉਪਜ ਕੇ ਉਸ ਵਿੱਚ ਹੀ ਸਮਾ ਜਾਏਗੀ। ਜੋ ਕੁਝ ਵੀ ਬਖਸ਼ਿਆ ਹੋਇਆ ਉਸ ਦਾ ਬਖਸ਼ਿਆ ਹੋਇਆ, ਜੋ ਕੁਝ ਵੀ ਪੈਦਾ ਕੀਤਾ ਹੋਇਆ ਉਸ ਦਾ ਪੈਦਾ ਕੀਤਾ ਹੋਇਆ। ਦਰਅਸਲ ਇਹ ਮਨੁੱਖ ਦੇ ਮੋਹ ਔਰ ਮਨੁੱਖ ਦੀ ਹਉਮੈ ਵਿੱਚੋਂ ਕਿ ਮੈਂ ਕੁਝ ਵੱਖਰਾ ਹਾਂ, ਉਸ ਵਿੱਚੋਂ ਇਹ ਭਾਵ ਪੈਦਾ ਹੁੰਦਾ ਹੈ ਵੀ ਉਹ ਮੇਰੇ ਨਾਲ ਵੈਰ ਕਰਦਾ ਹੈ। ਨਹੀਂ ਤਾਂ ਹਜ਼ੂਰ ਕਹਿੰਦੇ ਉਸ ਦਾ ਕਿਸੇ ਨਾਲ ਵੈਰ ਕਿਵੇਂ ਹੋ ਸਕਦਾ? ਅਗਲੀ ਗੱਲ ਹਜ਼ੂਰ ਨੇ ਕਹੀ ਉਹ ਨਿਰਭਉ ਵੀ ਹੈ। ਉਸ ਨੂੰ ਕਿਸੇ ਦਾ, ਸਾਨੂੰ ਭੈ ਕਿਹੜੀ ਚੀਜ਼ ਦਾ ਹੁੰਦਾ ਹੈ? ਡਰ ਕਿੱਥੇ ਹੈ? ਇਹ ਦੋਵੇਂ ਸ਼ਬਦ ਆਪਸ ਵਿੱਚ ਜੁੜੇ ਹੋਏ, ਨਿਰਭਉ ਅਤੇ ਨਿਰਵੈਰ। ਜਿੱਥੇ ਸਾਨੂੰ ਕਿਸੇ ਦਾ ਡਰ ਹੋਏਗਾ, ਸਾਨੂੰ ਕਿਸੇ ਚੀਜ਼ ਦਾ ਭੈ ਹੋਏਗਾ, ਉੱਥੇ ਉਸ ਚੀਜ਼ ਤੇ ਰਸ਼ਕ ਆਏਗੀ, ਗੁੱਸਾ ਆਏਗਾ, ਵੈਰ ਭਾਵਨਾ ਤੇ ਖਿਝ ਵਧੇਗੀ। ਉਸ ਦੇ ਪੈਰਾਲਲ ਕੋਈ ਹੋਰ ਤਾਕਤ ਹੀ ਨਹੀਂ। ਇਸ ਕਰਕੇ ਉਸ ਨੂੰ ਕਿਸੇ ਦਾ, ਉਹਦਾ ਸ਼ਰੀਕ ਕੋਈ ਨਹੀਂ। ਤੇਰਾ ਸ਼ਰੀਕ ਕੋ ਨਹੀਂ, ਨਾ ਕੋ ਕੰਟਕ ਵੈਰਾਈ। ਉਹਦੀ ਬਰਾਬਰਤਾ ਕਿਸੇ ਨਾਲ ਨਹੀਂ, ਕੰਪੇਅਰ ਉਹਨੂੰ ਕਿਸੇ ਨਾਲ ਨਹੀਂ ਕੀਤਾ ਜਾ ਸਕਦਾ। ਉਹ ਆਪਣੇ ਆਪ ਤੋਂ ਹੈ। ਇਸ ਲਈ ਉਸਨੂੰ ਹਜ਼ੂਰ ਨੇ ਅਜੂਨੀ ਲਿਖਿਆ। ਉਹ ਜੂਨਾਂ 'ਚ ਨਹੀਂ ਆਉਂਦਾ। ਸਹਿ ਭੰਗ ਉਹ ਆਪਣੇ ਆਪ ਤੋਂ ਹੈ। ਇਹ ਸਾਰੇ ਜਿਹੜੇ ਉਸ ਦੇ ਗੁਣ ਹਨ, ਜਿਹੜਾ ਉਸ ਦਾ ਸਰੂਪ ਹੈ, ਮਹਾਰਾਜ ਨੇ ਮੰਗਲਾਚਰਨ ਦੇ ਵਿੱਚ ਇਸ ਨੂੰ ਬਿਆਨ ਕੀਤਾ ਔਰ ਫਿਰ ਬੜੀ ਤਫਸੀਲ ਨਾਲ ਐਕਸਪਲੇਨੇਸ਼ਨ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਸ ਦੀ ਦਿੱਤੀ। ਆਪ ਪੜ੍ਹਦੇ ਹੋ ਜਪਜੀ ਸਾਹਿਬ ਦੀ ਬਾਣੀ 'ਚ, ਥਾਪਿਆ ਨਾ ਜਾਏ, ਕੀਤਾ ਨਾ ਹੋਏ। ਥਾਪਿਆ ਦਾ ਮਤਲਬ ਹੁੰਦਾ ਵੀ ਕਿਸੇ, ਜਿਵੇਂ ਇੱਕ ਉਦਾਹਰਣ ਹੈ, ਜਦੋਂ ਕੋਈ ਬੁੱਤ ਤਰਾਸ਼ਦਾ ਨਾ, ਮੂਰਤੀ ਘੜਦਾ ਹੈ, ਤਾਂ ਉਹ ਸਧਾਰਨ ਬੰਦਾ ਹੀ ਹੁੰਦਾ ਘੜਨ ਵਾਲਾ। ਉਹਦੇ ਕੋਲ ਹੁਨਰ ਹੈ, ਉਹ ਬੇਢੰਗੇ ਪੱਥਰ ਨੂੰ ਘੜ ਕੇ, ਬਣਾ ਕੇ ਉਹਦੇ ਵਿੱਚੋਂ ਇੱਕ ਤਸਵੀਰ ਕੱਢ ਦਿੰਦਾ, ਇੱਕ ਸਰੂਪ ਪ੍ਰਗਟ ਕਰ ਦਿੰਦਾ। ਉਹਦੀ ਇਮੈਜੀਨੇਸ਼ਨ ਹੈ। ਜਿਹੋ ਜਿਹਾ ਉਹਨੇ ਇਮੈਜਿਨ ਕੀਤਾ ਉਹੋ ਜਿਹਾ ਹੀ ਬਣਾਏਗਾ। ਜੇ ਉਹਨੇ ਸੋਚਿਆ ਵੀ ਇਹਦੇ ਕੰਨ ਲੰਮੇ ਕਰ ਦਿਆਂਗਾ, ਇਹਦਾ ਨੱਕ ਵੱਡਾ ਕਰ ਦਿਆਂਗਾ, ਇਹਦਾ ਸਿਰ ਵੱਡਾ ਬਣਾ ਦਿਆਂਗਾ, ਇਹਦੇ 4 ਬਾਹਾਂ ਕੱਢ ਦਿਆਂਗਾ, ਤਾਂ ਉਹੋ ਜਿਹਾ ਹੀ ਬਣਾਏਗਾ। ਉਹਨੇ ਪਹਿਲਾਂ ਆਪਣੇ ਦਿਮਾਗ ਵਿੱਚ ਨਕਸ਼ਾ ਘੜ ਲਿਆ ਤੇ ਫਿਰ ਉਸ ਨੂੰ ਪੱਥਰ ਉੱਤੇ ਉਤਾਰਿਆ। ਉਸ ਨੂੰ ਉਹਨੇ ਘੜ ਲਿਆ। ਘੜਨ ਤੋਂ ਬਾਅਦ ਉਹ ਉਸ ਵਕਤ ਤੱਕ ਸਧਾਰਨ ਸੀ। ਉਸ ਪੱਥਰ ਨੂੰ ਜਿਸ ਵੇਲੇ
ਉਸ ਮੂਰਤੀ ਨੂੰ ਜਾਂ ਪ੍ਰਤਮਾ ਨੂੰ ਇੱਕ ਖਾਸ ਵਿਧੀ ਦੇ ਨਾਲ ਸਥਾਪਨ ਕੀਤਾ ਜਾਂਦਾ ਹੈ। ਤੇ ਜਦੋਂ ਉਹਨੂੰ ਸਥਾਪਨ ਕੀਤਾ ਜਾਂਦਾ ਹੈ ਖਾਸ ਥਾਂ ਦੇ ਉੱਤੇ, ਉਹਨੂੰ ਕਿਹਾ ਜਾਂਦਾ ਹੈ ਮੂਰਤੀ ਸਥਾਪਨ। ਤੇ ਉਦੋਂ ਕੁਝ ਮੰਤਰਾਂ ਦਾ ਪਾਠ ਕੀਤਾ ਜਾਂਦਾ ਹੈ। ਤੇ ਜੇਕਰ ਤੁਸੀਂ ਕਿਸੇ ਵੀ ਪੁਜਾਰੀ ਜਾਂ ਪੁਰੋਹਿਤ ਨੂੰ ਪੁੱਛੋਗੇ ਵੀ ਇਹ ਤਾਂ ਉਹੀ ਮੂਰਤੀ ਸੀ ਜਿਹੜੀ ਫਲਾਨੀ ਜਗ੍ਹਾ ਤੇ ਮੈਂ ਘੜੀ ਦੀ ਵੇਖੀ ਹੈ, ਇਹਦੇ ਉੱਤੇ ਪੈਰ ਰੱਖ ਰੱਖ ਕੇ ਬੜੇ ਬੁਰੇ ਹਾਲੀ ਘੜਨ ਵਾਲੇ ਨੇ ਇਹਨੂੰ ਘੜਿਆ, ਟਕੋਰਾ ਮਾਰ ਮਾਰ, ਸੱਟਾਂ ਮਾਰ ਮਾਰ, ਤੇ ਪੱਥਰ ਵੀ ਮੈਨੂੰ ਪਤਾ ਉਹਨੇ ਕਿੱਥੋਂ ਚੁੱਕਿਆ, ਉਹ ਕਹੇਗਾ ਇਸ ਨਾਲ ਇਸ ਗੱਲ ਦਾ ਕੋਈ ਤਾਲੁਕ ਨਹੀਂ। ਉਦੋਂ ਤੱਕ ਇਹ ਸਧਾਰਨ ਸੀ, ਉਦੋਂ ਤੱਕ ਇਹ ਆਮ ਪੱਥਰ ਸੀ, ਉਦੋਂ ਤੱਕ ਇਹਨੂੰ ਆਮ ਤਰੀਕੇ ਨਾਲ ਘੜਿਆ ਗਿਆ, ਘੜਨ ਵਾਲੇ ਨੇ ਜਿਵੇਂ ਮਰਜ਼ੀ ਕੀਤਾ ਹੋਵੇ, ਸਾਡਾ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ। ਹੁਣ ਜਦੋਂ ਅਸੀਂ ਮੰਤਰ ਆਦਿਕ ਪੜ੍ਹ ਕੇ ਇਹਨੂੰ ਖਾਸ ਵਿਧੀ ਔਰ ਮਰਿਆਦਾ ਦੇ ਨਾਲ ਇੱਥੇ ਸਥਾਪਨ ਕਰਾਂਗੇ ਤਾਂ ਸੰਬੰਧਿਤ ਦੇਵਤੇ ਦੀ ਰੂਹ ਇਸ ਵਿੱਚ ਪ੍ਰਵੇਸ਼ ਕਰ ਜਾਏਗੀ, ਇਹ ਭਗਵਾਨ ਹੋ ਜਾਏਗਾ। ਫਿਰ ਇਹ ਮਨ ਮੰਗੀਆਂ ਮੁਰਾਦਾਂ ਦੇਵੇਗਾ। ਫਿਰ ਇਹਦੇ ਨਾਲ ਉਸ ਤਰ੍ਹਾਂ ਦਾ ਬਿਹੇਵ ਨਹੀਂ ਕੀਤਾ ਜਾ ਸਕਦਾ, ਫਿਰ ਇਹਨੂੰ ਉਸ ਤਰ੍ਹਾਂ ਦੀ ਨਹੀਂ ਸਮਝਿਆ ਜਾ ਸਕਦਾ ਜਿਸ ਤਰ੍ਹਾਂ ਦੀ ਉਹਨੂੰ ਸਥਾਪਨ ਕਰਨਾ ਕਹਿੰਦੇ। ਭਗਵਾਨ ਰੂਪ ਵਿੱਚ ਕਿਸੇ ਚੀਜ਼ ਨੂੰ ਟਿਕਾ ਲੈਣਾ ਤੇ ਫਿਰ ਇਹ ਕਹਿਣਾ ਵੀ ਇਹ ਰੱਬ ਹੈ, ਇਹੀ ਰੱਬ ਦਾ ਰੂਪ ਹੈ, ਇਹ ਇਸ ਤਰ੍ਹਾਂ ਹੀ ਰੱਬ ਨੂੰ ਇਮੈਜਨ ਕੀਤਾ ਜਾਣਾ ਚਾਹੀਦਾ ਹੈ। ਉਸ ਨੂੰ ਥਾਪਨ ਕਰਨਾ। ਹਜ਼ੂਰ ਕਹਿੰਦੇ ਥਾਪਿਆ ਨਾ ਜਾਏ। ਫਿਰ ਅਗਲਾ ਬਚਨ ਕੀ ਕਿਹਾ? ਕੀਤਾ ਨਾ ਹੋਏ। ਸਾਡਾ ਬਣਾਇਆ, ਸਾਡਾ ਸਿਰਜਿਆ, ਸਾਡਾ ਘੜਿਆ ਹੋ ਨਹੀਂ ਸਕਦਾ। ਇੱਕ ਹੋਰ ਵਾਕ ਚੇਤੇ ਰੱਖੀਏ, ਜਿੱਥੇ ਭਗਤ ਕਬੀਰ ਸਾਹਿਬ ਮਹਾਰਾਜ ਆਪਣੀ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ, ਉਹ ਕਹਿੰਦੇ ਨੇ ਕਬੀਰ ਕੋ ਸੁਆਮੀ ਐਸੋ ਠਾਕੁਰ ਜਾ ਕੈ ਮਾਈ ਨਾ ਬਾਪੋਰੇ। ਦੋ ਰੂਪ ਹਨ ਜਦੋਂ ਅਸੀਂ ਵਿਆਖਿਆ ਪੜ੍ਹਦੇ ਹਾਂ, ਨਿਰਗੁਣ ਅਤੇ ਸਰਗੁਣ। ਨਿਰਗੁਣ ਤੋਂ ਭਾਵ ਹੈ ਜਿਸ ਦਾ ਕੋਈ ਰੂਪ ਰੰਗ ਆਕਾਰ ਨਹੀਂ ਹੈ, ਤੇ ਸਰਗੁਣ ਤੋਂ ਭਾਵ ਹੈ ਜਿੰਨਾ ਵੀ ਪਸਾਰਾ ਤੁਹਾਨੂੰ ਨਜ਼ਰ ਆਉਂਦਾ ਹੈ, ਇਹ ਸਰਗੁਣ ਹੈ, ਰੂਪ ਰੰਗ ਆਕਾਰ ਸਹਿਤ। ਸਤਿਗੁਰੂ ਦੀ ਬਾਣੀ ਨੇ ਕਿਹਾ ਵੀ ਨਿਰਗੁਣ ਸਰਗੁਣ ਆਪਸ ਵਿੱਚ ਓਤ ਪੋਤ। ਨਿਰਗੁਣ ਸੱਤਾ ਜਿਹੜੀ ਉਹ ਸਰਗੁਣ ਸਰੂਪ ਦੇ ਵਿੱਚ ਪ੍ਰਗਟ ਹੈ। ਇਸ ਲਈ ਹਜ਼ੂਰ ਕਹਿੰਦੇ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਿਉਂਕਿ ਖਾਸ ਟੌਪਿਕ ਨੇ ਨਾ ਬਾਣੀ ਵਿੱਚ। ਜਦੋਂ ਤੁਸੀਂ ਨਿਰਗੁਣ ਦੀ ਐਕਸਪਲੇਨੇਸ਼ਨ ਪੜ੍ਹਨੀ ਹੈ, ਸਰਗੁਣ ਦੀ ਪੜ੍ਹਨੀ ਹੈ, ਫਿਰ ਸਰਗੁਣ ਦੇ ਪ੍ਰਤੀ ਸਤਿਗੁਰੂ ਨੇ ਆਪਣਾ ਕੀ ਭਾਵ, ਕੀ ਵਿਆਖਿਆ ਪ੍ਰਗਟ ਕੀਤੀ, ਇਹ ਵੀ ਸਾਨੂੰ ਬਾਣੀ ਚੋਂ ਹੀ ਲੱਭਦਾ ਹੈ। ਹੁਣ ਸਤਿਗੁਰੂ ਨੇ ਉੱਥੇ ਕਿਤੇ ਨਹੀਂ ਕਿਹਾ ਵੀ ਤੁਸੀਂ ਸਰਗੁਣ ਰੂਪ ਵਿੱਚ ਕਿਸੇ ਚੀਜ਼ ਨੂੰ ਰੱਬ ਮੰਨ ਕੇ ਖਾਸ ਵਿਧੀ ਨਾਲ ਉਹਨੂੰ ਪੂਜੋ ਵੀ ਇਹ ਰੱਬ ਹੈ, ਤੇ ਫਿਰ ਬਾਕੀ ਰੂਪ ਕਿਹਦੇ ਨੇ? ਜੇ ਇੱਕ ਰੂਪ ਨੂੰ ਤੁਸੀਂ ਰੱਬ ਮੰਨ ਲਿਆ ਤੇ ਬਾਕੀ ਰੂਪ ਉਹਨਾਂ ਨੂੰ ਤੁਸੀਂ ਫਿਰ ਰੱਬ ਦਾ ਰੂਪ ਨਹੀਂ ਮੰਨਦੇ ਹੋ। ਜੇ ਨਹੀਂ ਮੰਨਦੇ ਹੋ ਤਾਂ ਉਹਨਾਂ ਦਾ ਦਰਜਾ ਕੀ ਮਿੱਥਦੇ ਹੋ ਕਿ ਉਹ ਦੂਜੇ ਜਾਂ ਤੀਜੇ ਦਰਜੇ ਦੇ ਹਨ। ਮੰਨ ਲਓ ਮੈਂ ਇੱਕ ਚੀਜ਼ ਨੂੰ, ਮੇਰੇ ਸਾਹਮਣੇ 10 ਚੀਜ਼ਾਂ ਪਈਆਂ ਨੇ, ਮੈਂ ਇੱਕ ਚੀਜ਼ ਨੂੰ ਮੰਨਦਾ ਵੀ ਇਹ ਰੱਬ ਦਾ ਰੂਪ, ਬਾਕੀ 9 ਕਿਹਦਾ ਰੂਪ ਨੇ? ਫਿਰ ਜਦੋਂ ਮੈਂ ਇੱਕ ਨੂੰ ਰੱਬ ਦਾ ਰੂਪ ਮੰਨਦਾ, ਉਹਨੂੰ ਮੈਂ ਵੱਖਰੇ ਢੰਗ ਨਾਲ ਟਰੀਟ ਕਰਦਾ, ਬਾਕੀ 9 ਨੂੰ ਮੈਂ ਵੱਖਰੇ ਢੰਗ ਨਾਲ ਉਹਦੇ 'ਚ ਮੈਂ ਦਰਜੇ ਮਿਥ ਲਏ ਹਨ। ਬਾਕੀ 9 ਚੀਜ਼ਾਂ ਦਾ ਦਰਜਾ ਆਪਣੇ ਆਪ ਦੂਜਾ, ਤੀਜਾ, ਚੌਥਾ ਆਪਣੇ ਆਪ ਹੋ ਜਾਏ, ਉਹਦਾ ਦਰਜਾ ਨੀਵਾਂ ਹੋ ਜਾਏ। ਇਵੇਂ ਮੈਂ ਇੱਕ ਸਟਰਕਚਰ ਵਿੱਚ, ਇੱਕ ਢਾਂਚੇ ਵਿੱਚ ਕੈਦ ਹੋ ਜਾਵਾਂਗਾ, ਔਰ ਰੱਬ ਨੂੰ ਵੀ ਇੱਕ ਢਾਂਚੇ ਵਿੱਚ ਕੈਦ ਕਰ ਦਿਆਂਗਾ ਵੀ ਇੰਨੇ ਕੁ ਦਾਇਰੇ ਵਿੱਚ ਹੀ ਰੱਬ ਹੈ, ਬਾਕੀ ਸਾਰਾ ਜਿਹੜਾ ਉਸ ਤੋਂ ਬਾਹਰ ਦਾ ਦਾਇਰਾ ਹੈ ਉਹ ਰੱਬ ਤੋਂ ਖਾਲੀ ਤੇ ਵਿਰਵਾ ਤੇ ਵਾਂਝਾ ਹੈ। ਉਹਦੇ ਵਿੱਚੋਂ ਬਹੁਤ ਉਲਝਣਾਂ ਪੈਦਾ ਹੋਣਗੀਆਂ, ਦਰਜੇ ਪੈਦਾ ਹੋਣਗੇ, ਕਲਾਸਿਸ ਪੈਦਾ ਹੋਣਗੀਆਂ। ਉਹਦੇ ਵਿੱਚ ਫਿਰ ਦਵੈਸ਼, ਸਵਾਰਥ, ਹੰਕਾਰ ਤੇ ਖਿੱਚੋਤਾਣ ਵਧੇਗੀ। ਫਿਰ ਜਿਹੜਾ ਮੈਂ ਉਸ ਇੱਕ ਰੂਪ ਮਿਥ ਲਿਆ ਹੈ, ਫਿਰ ਉਸ ਰੂਪ ਦੇ ਨਾਲ ਵਿਧੀਆਂ ਨਾਲ ਜੁੜਨਗੀਆਂ। ਵਿਧੀ ਦਾ ਮਤਲਬ ਸਮਝਦੇ ਹੋ ਨਾ, ਇੱਕ ਖਾਸ ਤਕਨੀਕ ਜੁੜੇਗੀ ਉਸ ਨੂੰ ਪੂਜਣ ਦੀ, ਉਸ ਨੂੰ ਮੰਨਣ ਦੀ, ਉਸ ਦੇ ਪ੍ਰਤੀ ਸ਼ਰਧਾ ਪ੍ਰਗਟ ਕਰਨ ਦੀ। ਉਹ ਸਾਰੀਆਂ ਚੀਜ਼ਾਂ ਉਹਦੇ ਨਾਲ ਜੁੜਨ। ਇਸੇ ਕਰਕੇ ਤੁਸੀਂ ਵੇਖੋ, ਮੂਰਤ ਨੂੰ ਘੜ ਕੇ ਉਹਨੂੰ ਭਗਵਾਨ ਦਾ ਦਰਜਾ ਦੇ ਕੇ ਟਿਕਾਇਆ, ਔਰ ਹਰ ਭਗਵਾਨ ਜਿੰਨੀਆਂ ਵੀ ਪ੍ਰਤਮਾ ਮੂਰਤੀਆਂ, ਜਿਤਨੇ ਵੀ ਦੇਵਤੇ, ਉਹਨਾਂ ਦੇਵਤਿਆਂ ਦੇ ਰੂਪ ਰੰਗ ਆਕਾਰ ਵੀ ਵੱਖਰੇ ਮਿਥੇ, ਦੇਵਤਿਆਂ ਦਾ ਕਾਰਜ ਖੇਤਰ ਵੀ ਵੱਖਰਾ ਮਿਥਿਆ। ਕੋਈ ਸਿੱਖਿਆ ਦਾ ਦੇਵਤਾ ਹੈ, ਕੋਈ ਕਲਾ ਦਾ ਦੇਵਤਾ ਹੈ, ਕੋਈ ਮੌਤ ਦਾ ਦੇਵਤਾ ਹੈ, ਕੋਈ ਰੋਜ਼ੀ ਦਾ ਦੇਵਤਾ ਹੈ, ਕੋਈ ਜਨਮ ਦਾ ਦੇਵਤਾ ਹੈ।
ਕੋਈ ਮੀਂਹ ਦਾ ਦੇਵਤਾ ਹੈ, ਹਰ ਇੱਕ ਚੀਜ਼ ਦਾ ਵੱਖਰਾ ਦੇਵਤਾ। ਇੱਥੋਂ ਤੱਕ ਬਿਮਾਰੀਆਂ ਦੇ ਦੇਵਤੇ ਵੀ ਮਿਥ ਲਏ। ਹੁਣ ਉਹਨਾਂ ਦਾ ਇੱਕ ਖੇਤਰ ਨਿਯਤ ਕਰ ਦਿੱਤਾ ਗਿਆ। ਹੁਣ ਮੰਨ ਲਓ ਇਸ ਸ਼ਬਦ ਵਿੱਚ ਇੱਕ ਜ਼ਿਕਰ ਹੈ, ਉਹਨੂੰ ਆਪਾਂ ਬਾਅਦ ਵਿੱਚ ਪੜ੍ਹਦੇ ਹਾਂ। ਸੀਤਲਾ ਦਾ ਜ਼ਿਕਰ, ਸੀਤਲਾ, ਸਮਾਲ ਪੌਕਸ, ਇੱਕ ਰੋਗ, ਇੱਕ ਜਰਮ ਰੋਗ ਜਿਹੜਾ ਮਨੁੱਖ ਨੂੰ ਫਿਜ਼ੀਕਲੀ ਲੱਗਦਾ ਹੈ, ਉਹਦੀ ਇੱਕ ਦੇਵੀ ਨਿਸ਼ਚਿਤ ਹੈ। ਹੁਣ ਐਸੇ ਭਗਵਾਨ ਨੂੰ ਤੇ ਬੰਦਾ ਉਦੋਂ ਹੀ ਮੰਨੇਗਾ ਨਾ ਜਦੋਂ ਕਿਤੇ ਕ੍ਰਿਟੀਕਲ ਸਿਚੁਏਸ਼ਨ ਪੈਦਾ ਹੋਏਗੀ ਵੀ ਇਹ ਬਿਮਾਰੀ ਮੈਨੂੰ ਲੱਗ ਗਈ, ਬੰਦਾ ਡਰਦਾ ਹੈ ਤੇ ਮੰਨ ਲੈਂਦਾ ਹੈ। ਵੈਸੇ ਉਹਦੀ ਕੀ ਜ਼ਰੂਰਤ ਹੈ ਜੀਵਨ ਵਿੱਚ? ਵੈਸੇ ਉਹਦੀ ਆਮ ਸਧਾਰਨ ਰੂਪ ਵਿੱਚ ਉਹਦੀ ਕੀ ਜ਼ਰੂਰਤ ਹੈ, ਕੀ ਲੋੜ ਹੈ? ਜਿਸ ਨੇ ਸਿੱਖਿਆ ਦੇ ਦੇਵਤੇ ਨੂੰ ਮੰਨਣਾ ਹੈ, ਵਿਦਿਆ ਨਾਲ ਜਿਹਦਾ ਵਾਹ ਪੈਂਦਾ ਹੈ, ਐਜੂਕੇਸ਼ਨ ਨਾਲ, ਉਹ ਤਾਂ ਮੰਨ ਲਏਗਾ। ਦੂਜੇ ਨੂੰ ਕੀ ਲੋੜ ਹੈ? ਉਹ ਕਹੇਗਾ ਮੈਨੂੰ ਕੀ ਲੋੜ ਹੈ, ਨਾ ਮੇਰਾ ਅੱਖਰਾਂ ਨਾਲ ਗਿਆਨ ਨਾਲ ਵਾਹ ਪਵੇ ਤੇ ਨਾ ਮੈਨੂੰ ਇਹਦੀ ਕੋਈ ਜ਼ਰੂਰਤ ਹੈ। ਇਵੇਂ ਵਿਭਾਜਨ ਹੋ ਗਿਆ, ਇਹਨੂੰ ਅਸੀਂ ਕਹਿੰਦੇ ਹਾਂ ਵੰਡੀ ਹੋ ਗਈ। ਰੱਬ ਅਨੇਕ ਰੂਪਾਂ ਵਿੱਚ ਮਿਥ ਕੇ ਉਸ ਨੂੰ ਆਪਣੇ ਆਪਣੇ ਦਾਇਰੇ 'ਚ ਸੀਮਤ ਕਰਕੇ ਉਹਦੇ ਪੁਜਾਰੀ ਬਣ ਗਏ, ਉਹਦੀਆਂ ਵਿਧੀਆਂ ਬਣ ਗਈਆਂ, ਉਹਦੀ ਖਾਸ ਮੰਤਰ ਘੜੇ ਗਏ, ਉਹਨਾਂ ਦੀ ਖਾਸ ਵਿਧੀ ਨਾਲ ਪੂਜਾ ਹੋਈ ਤੇ ਬੰਦਿਆਂ 'ਚ ਖਿੱਚੋ ਤਾਣੇ ਪੈਦਾ ਹੋਈ ਵੀ ਮੈਂ ਤਾਂ ਫਲਾਣ ਦੇਵਤੇ ਦਾ ਸੇਵਕ ਹਾਂ, ਤੂੰ ਫਲਾਣੇ ਦਾ, ਤੇਰਾ ਮੇਰਾ ਰਾਹ ਹੀ ਜਦੋਂ ਨਹੀਂ ਰਲਦਾ, ਗੱਲ ਖਤਮ ਹੋ ਗਈ। ਕਿਤਨੀ ਆਪਸ ਵਿੱਚ ਖਿੱਚੋਤਾਣ। ਮੈਂ ਭਾਈ ਗੁਰਦਾਸ ਜੀ ਦਾ ਇੱਕ ਵਾਕ ਸਾਂਝਾ ਕਰਦਾ। ਉਹਨਾਂ ਨੇ ਜ਼ਿਕਰ ਕੀਤਾ ਹੈ, ਭਾਈ ਗੁਰਦਾਸ ਜੀ ਨੂੰ ਜਿਸ ਵੇਲੇ ਪੜ੍ਹਨਾ ਹੋਵੇ, ਵੈਸੇ ਤਾਂ ਅਸੀਂ ਪੜ੍ਹਦੇ ਹੀ ਨਹੀਂ ਹਾਂ, ਹੁਣ ਤਾਂ ਗੁਰਦਾਸ ਮਾਨ ਚੱਲਦਾ ਹੈ, ਭਾਈ ਗੁਰਦਾਸ ਘੱਟ ਚੱਲਦਾ ਹੈ। ਇਸ ਕਰਕੇ ਭਾਈ ਗੁਰਦਾਸ ਜੀ ਨੂੰ ਪੜ੍ਹਨ ਦੀ ਵੀ ਇੱਕ ਖਾਸ ਤਕਨੀਕ ਹੈ। ਜਦੋਂ ਉਹਨਾਂ ਦੀ ਪਹਿਲੀ ਵਾਰ ਤੁਸੀਂ ਪੜ੍ਹਦੇ ਹੋ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਜਿਹੜੀਆਂ ਪੌੜੀਆਂ ਲਿਖਦੇ ਹਨ, ਉਹ ਸਾਰੀਆਂ ਦੀਆਂ ਸਾਰੀਆਂ ਸਾਨੂੰ ਗਰਾਊਂਡ ਲੈਵਲ ਦੀ ਸਿਚੁਏਸ਼ਨ ਤੋਂ ਜਾਣੂ ਕਰਾਉਂਦੀਆਂ ਨੇ ਵੀ ਕੀ ਹਾਲਾਤ ਸਨ, ਕਿਸ ਸਿਚੁਏਸ਼ਨ ਵਿੱਚ ਗੁਰੂ ਨਾਨਕ ਮਹਾਰਾਜ ਪ੍ਰਗਟ ਹੋਏ। ਉੱਥੇ ਉਹਨਾਂ ਨੇ ਇੱਕ ਪੌੜੀ ਲਿਖੀ ਹੈ, ਉਹ ਬੜੀਆਂ ਕਮਾਲ ਦੀਆਂ ਪੌੜੀਆਂ ਹਨ, ਉਹ ਸਾਨੂੰ ਪੜ੍ਹਨੀਆਂ ਚਾਹੀਦੀਆਂ। ਅਸੀਂ ਕੇਵਲ 2-4 ਹੀ ਜ਼ਿਕਰ ਕਰਦੇ ਹਾਂ ਆਮ ਤੌਰ 'ਤੇ। ਸਤਿਗੁਰੂ ਨਾਨਕ ਪ੍ਰਗਟਿਆ ਜਾਂ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹਿ ਪਠਾਇਆ, ਉਹ ਵੀ ਪੂਰੀਆਂ ਸਾਨੂੰ ਪਤਾ ਨਹੀਂ ਵੀ ਇਹਨਾਂ ਦੋਵਾਂ ਪੌੜੀਆਂ 'ਚ ਭੇਦ ਕੀ ਹੈ। ਇੱਕ ਹੈ ਪਠਾਇਆ, ਇੱਕ ਹੈ ਪ੍ਰਗਟਿਆ। ਪਠਾਇਆ ਜਨਮ ਨਾਲ ਸੰਬੰਧਿਤ ਹੈ, ਪ੍ਰਗਟਿਆ ਗੁਰੂ ਸਾਹਿਬ ਜੀ ਦੀਆਂ ਪ੍ਰਚਾਰ ਫੇਰੀਆਂ ਨਾਲ ਸੰਬੰਧਿਤ। ਅਸੀਂ ਰਲਗੜ ਕਰਕੇ ਚਲਾਈ ਜਾਂਦੇ ਹਾਂ। ਤੋ ਪ੍ਰਕਰਨ ਨਿਸ਼ੇਧ ਕਿਹਾ ਜਾਂਦਾ ਇਸ ਨੂੰ, ਪ੍ਰਕਰਨ ਤੋਂ ਹਟ ਕੇ ਕੀਤੀ ਹੋਈ ਗੱਲ, ਅਢੁਕਵੀਂ ਗੱਲ। ਤੋ ਸਤਿਗੁਰੂ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਦੇ ਸੰਬੰਧ ਵਿੱਚ ਜਿਹੜੀਆਂ ਪੌੜੀਆਂ, ਉਹਨਾਂ ਵਿੱਚ ਇੱਕ ਪੌੜੀ ਹੈ, ਕਲਯੁਗ ਬੋਧ ਅਵਤਾਰ ਹੈ, ਬੋਧ ਅਬੋਧ ਨ ਦ੍ਰਿਸ਼ਟੀ ਆਵੈ। ਬੋਧ ਆਪਾਂ ਇਲਮ ਨੂੰ ਕਹਿੰਦੇ ਹਾਂ ਤੇ ਅਬੋਧ ਅਸੀਂ ਅਗਿਆਨਤਾ ਨੂੰ ਕਹਿੰਦੇ ਹਾਂ। ਕਲਯੁਗ ਬੋਧ ਅਵਤਾਰ ਹੈ, ਬੋਧ ਅਬੋਧ ਨ ਦ੍ਰਿਸ਼ਟੀ ਆਵੈ, ਕੋਈ ਨਾ ਕਿਸੇ ਵਰਜਈ ਸੋਈ ਕਰੇ ਜੋਈ ਮਨ ਭਾਵੈ। ਕੋਈ ਕਿਸੇ ਨੂੰ ਰੋਕਣ ਵਾਲਾ ਨਹੀਂ, ਹਰ ਇੱਕ ਦਾ ਰਾਹ ਵੱਖਰਾ ਹੈ। ਇੱਥੇ ਭਾਈ ਸਾਹਿਬ ਦਾ ਕਹਿਣ ਦਾ ਭਾਵ ਇਹ ਨਹੀਂ ਹੈ ਵੀ ਤੁਸੀਂ ਬਿਨਾਂ ਵਜ੍ਹਾ ਇੰਟਰਫੇਰੈਂਸ ਕਰੋ। ਉਹਦਾ ਭਾਵ ਇਹ ਹੈ, ਕੋਈ ਸਮਝਣਾ ਹੀ ਨਹੀਂ ਚਾਹੁੰਦਾ, ਆਪ ਹਰ ਬੰਦਾ ਆਪਣੇ ਮਾਰਗ ਨੂੰ ਪਰਫੈਕਟਲੀ ਮਿੱਥ ਕੇ ਤੁਰ ਰਿਹਾ, ਇਹਦੇ 'ਚ ਕਾਣ ਜਾਂ ਕਮੀ ਨਹੀਂ ਹੋ ਸਕਦੀ। ਉਹ ਲਿਖਦੇ ਹਨ, ਕਲਯੁਗ ਬੋਧ ਅਵਤਾਰ ਹੈ, ਬੋਧ ਅਬੋਧ ਨ ਦ੍ਰਿਸ਼ਟੀ ਆਵੈ, ਕੋਈ ਨਾ ਕਿਸੇ ਵਰਜਈ ਸੋਈ ਕਰੈ ਜੋਈ ਮਨ ਭਾਵੈ। ਕਿਸੇ ਪੁਜਾਈ ਸਿਲਾ ਸੁਨ, ਕੋਈ ਗੋਰੀ ਮੜੀ ਪੁਜਾਵੈ, ਤੰਤ ਮੰਤ ਪਾਖੰਡ ਕਰ ਕਲੈ ਕ੍ਰੋਧ ਬਹੁ ਵਾਦ ਵਧਾਵੈ। ਕੋਈ ਪੂਜੈ ਚੰਦ ਸੂਰ, ਕੋਈ ਧਰਤੇ ਆਕਾਸ਼ ਮਨਾਵੈ, ਪੌਣ ਪਾਣੀ ਬੈ ਸੰਤਰੋ ਧਰਮ ਰਾਜ ਕੋਈ ਤ੍ਰਿਪਤਾਵੈ। ਆਪੋ ਧਾਪੀ ਹੋਏ ਕਹਿ ਨਿਆਰੇ ਨਿਆਰੇ ਧਰਮ ਚਲਾਵੈ। ਅਖੀਰ ਤੇ ਜੋ ਉਹਨਾਂ ਲਿਖਿਆ, ਕਹਿੰਦੇ ਫੋਕਟ ਧਰਮੀ ਭਰਮ ਭੁਲਾਵੈ। ਹੁਣ ਜਦੋਂ ਤੁਸੀਂ ਇਹ ਸਿਚੁਏਸ਼ਨ ਵੱਲ ਨਜ਼ਰ ਮਾਰਦੇ ਹੋ, ਦੇਵਤੇ ਹਨ, ਮੰਤਰ ਹਨ, ਵਿਧੀਆਂ ਹਨ, ਆਪਣੀ ਆਪਣੀ ਵਿਧੀ ਮੁਤਾਬਕ ਉਸ ਦਾਇਰੇ ਵਿੱਚ ਬੱਝ ਕੇ ਸਾਰਾ ਕੁਝ ਧਰਮ ਕਰਮ ਹੋ ਰਿਹਾ, ਖਾਸ ਕਰਮ ਮਿੱਥ ਦਿੱਤੇ ਗਏ ਨੇ। ਫਿਰ ਇੱਕ ਦਾਇਰੇ ਦਾ ਬੰਦਾ ਦੂਜੇ ਦਾਇਰੇ ਦੇ ਬੰਦੇ ਨਾਲ ਨਫ਼ਰਤ ਕਿਉਂ ਨਾ ਕਰੇਗਾ? ਹਰ ਬੰਦਾ ਜਦੋਂ ਇਹ ਕਹੇਗਾ ਵੀ ਜੇ ਤੂੰ ਚਾਹੁੰਦਾ ਹੈ ਵੀ ਆਪਣੀ ਸਾਂਝ ਬਣੇ ਤਾਂ ਮੇਰੇ ਭਗਵਾਨ ਨੂੰ ਮੰਨਣਾ ਸ਼ੁਰੂ ਕਰ। ਕਿੰਨੀ ਵੱਡੀ ਮਾਨਸਿਕ ਤਣਾਅ ਵਾਲੀ ਸਥਿਤੀ ਹੈ। ਬੰਦਾ ਆਪਣੇ ਇਸ਼ਟ ਨੂੰ ਮੰਨਦਾ ਵੀ ਮਾਨਸਿਕ ਤਣਾਅ ਵਿੱਚ ਹੈ।
ਉਹਨੂੰ ਹਮੇਸ਼ਾ ਖਤਰਾ ਰਹਿੰਦਾ ਵੀ ਮੇਰੇ ਭਗਵਾਨ ਬਾਰੇ ਕੋਈ ਗੱਲ ਤਾਂ ਨਹੀਂ ਹੋ ਰਹੀ, ਤੇ ਮੈਂ ਦੂਜੇ ਭਗਵਾਨ ਨੂੰ ਨੀਵਾਂ ਵਿਖਾ ਕੇ ਉਹਨੂੰ ਕਿਸ ਤਰ੍ਹਾਂ ਖਤਮ ਕਰਨਾ ਹੈ ਤਾਂ ਕਿ ਮੇਰੇ ਭਗਵਾਨ ਦਾ ਬੋਲਬਾਲਾ ਵੱਧ ਜਾਏ। ਅਜੀਬ ਕਿਸਮ ਦੀ ਕਸ਼ਮਕਸ਼ ਹੈ। ਯਾਨੀ ਕਿ ਭਗਵਾਨ ਨੂੰ ਖਤਰਾ ਹੈ, ਤੇ ਇੱਕ ਭਗਵਾਨ ਦਾ ਭਗਤ ਦੂਜੇ ਭਗਵਾਨ ਨੂੰ ਪੂਰੀ ਤਰ੍ਹਾਂ ਨਾਲ ਐਨ ਕਾਰਨਰ ਤੇ ਲੈ ਜਾਣਾ ਚਾਹੁੰਦਾ ਵੀ ਇਹਨੂੰ ਫੀਲਡ ਵਿੱਚ ਨਹੀਂ ਰਹਿਣ ਦੇਣਾ ਚਾਹੀਦਾ। ਉਹ ਜਿਹੜੀ ਸਾਰੀ ਕਸ਼ਮਕਸ਼ ਹੈ ਉਹਦੇ ਵਿੱਚ ਧਰਮ ਕਿੱਥੇ ਹੈ? ਉਹਦੇ ਵਿੱਚ ਮਨੁੱਖ ਨਾਲੋਂ ਰੱਬ ਦੇ ਨਾਂ ਤੇ, ਪੂਜਾ ਦੇ ਨਾਂ ਤੇ, ਧਰਮ ਕਰਮ ਦੇ ਨਾਂ ਦੇ ਉੱਤੇ ਕਿੰਨਾ ਬਿਖਰ ਕੇ ਟੁੱਟ ਕੇ ਇੱਕ ਦੂਜੇ ਤੋਂ ਦੂਰ ਚਲਾ ਗਿਆ। ਤੇ ਸਾਰੀ ਦੀ ਸਾਰੀ ਸਿਚੁਏਸ਼ਨ ਨੂੰ ਗਰੀਬ ਨਵਾਜ਼ ਪਾਤਸ਼ਾਹ ਨੇ ਬਾਣੀ ਦੇ ਵਿੱਚ ਵੀ ਬਿਆਨ ਕੀਤਾ। ਇਸ ਕਰਕੇ ਜਿੰਨੇ ਵੀ ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਨਿਰਗੁਣ ਰੂਪ ਵਿੱਚ ਹੀ ਪਰਮੇਸ਼ਰ ਦੀ ਉਪਾਸਨਾ ਕਰਦੇ ਨੇ, ਤੇ ਉਸ ਨਿਰਗੁਣ ਨੂੰ ਆਪਣੀ ਸਰਗੁਣ ਸੱਤਾ ਭਾਵ ਆਪਣੀ ਕ੍ਰੀਏਸ਼ਨ ਦੇ ਵਿੱਚ ਵਸਦਾ ਹੋਇਆ ਦੱਸ ਕੇ ਕਹਿੰਦੇ ਹਨ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੈ। ਇੱਕ ਗੱਲ ਹੋਰ, ਇਹ ਤਾਂ ਸੀ ਦੇਵੀ ਦੇਵਤੇ ਭਗਵਾਨ ਦੇ ਪ੍ਰਤੀ ਜੋ ਜਿਸ ਤਰ੍ਹਾਂ ਦਾ ਚੱਲ ਰਿਹਾ ਹੈ ਪ੍ਰਬੰਧ ਜਾਂ ਚੱਲ ਰਿਹਾ ਸੀ, ਜਾਂ ਉਸ ਬਾਰੇ ਗੁਰੂ ਸਾਹਿਬ ਨੇ ਜੋ ਸਾਨੂੰ ਸੇਧ ਬਖਸ਼ੀ ਹੈ। ਜਿਹੜੀ ਧਰਮ ਫਿਲਾਸਫੀ ਹੈ, ਇੱਕ ਤਾਂ ਭਾਵੇਂ ਨੇ ਮਜ਼ਹਬ ਵੱਖਰੇ ਵੱਖਰੇ, ਇੱਕ ਮਜ਼ਹਬਾਂ ਦੇ ਵਿੱਚ ਵੀ ਕਲਟ ਆ, ਉਹਨਾਂ ਵਿੱਚ ਵੀ ਵੱਖਰੀਆਂ ਵੱਖਰੀਆਂ ਐਕਸਪਲੇਨੇਸ਼ਨ, ਵੱਖਰੀਆਂ ਵੱਖਰੀਆਂ ਵਿਆਖਿਆਵਾਂ, ਤੇ ਉਹਨਾਂ ਵਿਆਖਿਆਵਾਂ ਦੇ ਆਧਾਰ ਦੇ ਉੱਤੇ ਜਿਹੜੇ ਧਰਮ ਨੂੰ ਮੰਨਣ ਦੀ ਕਿਰਿਆ ਹੈ ਉਹਦੇ ਵਿੱਚ ਵਖਰੇਵੇਂ ਆ ਜਾਣ ਕੇ ਇੱਕ ਮਜ਼ਹਬ ਦੇ ਵਿੱਚ ਵੀ ਦਾਇਰੇ ਬਣ ਗਏ। ਕਿਉਂਕਿ ਬੇਸਿਕ ਗੱਲ ਜਦੋਂ ਛੱਡ ਦਿੱਤੀ ਜਾਏਗੀ ਤੇ ਉਹ ਚੀਜ਼ਾਂ ਬਾਕੀ ਸਾਰੀਆਂ ਵਖਰੇਵੇਂ ਪੈਦਾ ਕਰਨਗੀਆਂ। ਇਹ ਮਤਲਬ ਨਹੀਂ ਹੈ ਕੋਈ ਕਿਸ ਤਰ੍ਹਾਂ ਦਾ ਪਹਿਰਾਵਾ ਪਹਿਨਦਾ, ਕੋਈ ਕਿਸ, ਉਹ ਵੱਖਰਾ ਟੌਪਿਕ ਹੈ। ਜਦੋਂ ਬੇਸਿਕ ਰੂਲ ਤੁਸੀਂ ਫੋਲੋ ਕਰਨਾ ਛੱਡ ਦਿਓਗੇ ਤਾਂ ਤੁਹਾਡੇ ਜਿਹੜੇ ਨਿੱਕੇ ਮੋਟੇ ਆਪਸ ਵਿੱਚ ਪਹਿਨਣ, ਖਾਣ, ਰਹਿਣ, ਬੋਲਣ, ਬੈਠਣ ਦੇ ਵਖਰੇਵੇਂ ਨੇ ਉਹ ਧਾਰਮਿਕ ਰੂਪ ਲੈ ਜਾਣਗੇ ਤੇ ਉਹ ਤੁਹਾਡੇ ਲਈ ਬਖੇੜੇ ਦਾ ਕਾਰਨ ਬਣ ਜਾਣਗੇ। ਇਹ ਵੀ ਇੱਕ ਕਾਰਨ ਬਣਦਾ ਹੈ। ਤੋ ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਚੀਜ਼ ਕਿ ਫਿਲਾਸਫੀ ਸਭ ਤੋਂ ਉੱਤਮ ਹੈ। ਜਿਹੜਾ ਸੰਗਤੀ ਰੂਲ ਬਣਦਾ ਹੈ ਜਾਂ ਬਾਹਰੀ ਰੂਲ ਅਸੀਂ ਬਣਾਉਂਦੇ ਹਾਂ ਵੀ ਤਾਂ ਸਾਡਾ ਧਰਮ ਅਸਥਾਨ ਕਿਵੇਂ ਦਾ ਹੋਵੇ, ਉੱਥੇ ਬੈਠਣ ਦਾ ਕੀ ਰੂਲ ਹੋਵੇ, ਉੱਥੇ ਅਸੀਂ ਕੀ ਕਰਨਾ ਚਾਹੁੰਦੇ ਹਾਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਫਿਲਾਸਫੀ ਤੇ ਕਦੇ ਉੱਤੇ ਨਹੀਂ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਜਿਹੜੇ ਲੋਕ ਇਹ ਗਲਤੀ ਕਰਦੇ ਹਨ ਉਹ ਮਰਿਆਦਾ ਦੇ ਨਾਂ ਤੇ ਖਹਿ ਮਰਨਗੇ, ਫਿਲਾਸਫੀ ਦਾ ਉਹਨਾਂ ਨੂੰ ਕੱਖ ਨਹੀਂ ਪਤਾ ਹੁੰਦਾ। ਮੂਲ ਥਾਟ ਕੀ ਹੈ, ਬੇਸਿਕ ਵਿਚਾਰ ਕੀ ਹੈ, ਸਿਧਾਂਤ ਕੀ ਹੈ। ਇਸ ਲਈ ਆਪਾਂ ਅਕਸਰ ਆਪਣੇ ਦਾਇਰੇ ਵਿੱਚ ਵੀ ਵੇਖਦੇ ਹਾਂ ਜਿੱਥੇ ਪਿੱਛੋਂ ਮਰਿਆਦਾ, ਜਿੱਥੇ ਕਿ ਠੀਕ ਹੈ ਮਰਿਆਦਾ ਦੀ ਆਪਣੀ ਅਹਿਮੀਅਤ, ਇਹਨੂੰ ਕੋਈ ਨਕਾਰਦਾ ਨਹੀਂ। ਫਿਲਾਸਫੀ ਕੀ ਹੈ ਗੁਰੂ ਗ੍ਰੰਥ ਸਾਹਿਬ ਕੱਖ ਨਹੀਂ ਪਤਾ। ਹਰ ਇੱਕ ਮਨੁੱਖ ਆਪਣੀ ਨਿੱਜੀ ਮਰਿਆਦਾ ਬਣਾ ਕੇ ਉਹਨੂੰ ਧਰਮ ਉੱਤੇ ਲੱਦਣ ਦੀ ਤੇ ਹਾਵੀ ਕਰਨ ਦੀ ਕੋਸ਼ਿਸ਼ ਦੇ ਵਿੱਚ ਰਹਿੰਦਾ ਹੈ, ਕਿਉਂਕਿ ਮਰਿਆਦਾ ਦੇ ਨਾਂ ਤੇ ਕੰਟਰੋਲ ਹੁੰਦਾ ਹੈ ਸਾਰਾ। ਤੇ ਸਾਰੇ ਮਜ਼ਹਬਾਂ ਦੀ ਹੀ ਇਹ ਪ੍ਰੋਬਲਮ ਹੈ, ਇਕੱਲੀ ਸਾਡੀ ਨਹੀਂ ਹੈ, ਸ਼ਰੀਅਤ ਦੀ ਹੈ, ਹੋਰ ਥਾਵਾਂ ਦੀ ਹੈ। ਤੋ ਇਹ ਉਵੇਂ ਦਾ ਹੀ ਢਾਂਚਾ ਹੈ ਜਿਹੜੇ ਢਾਂਚੇ ਦੀ ਆਪਾਂ ਗੱਲ ਕਰ ਰਹੇ ਕਿ ਦੇਵਤੇ ਨੂੰ ਦੀ ਉਪਾਸਨਾ ਕਰਨ ਦਾ ਰੂਲ, ਮਰਿਆਦਾ, ਨਿਯਮ ਵੱਖਰੇ ਹਨ, ਤੇ ਉਹ ਜਦੋਂ ਦੂਜੇ ਨਾਲ ਪ੍ਰਸ਼ਾਦ ਤੱਕ ਵੀ ਵੱਖਰੇ, ਕਿਹੜਾ ਦੇਵਤਾ ਕਿਹੜਾ ਪ੍ਰਸ਼ਾਦ ਪਸੰਦ ਕਰਦਾ ਤੇ ਦੂਜਾ ਨਹੀਂ ਕਰਦਾ। ਸਾਡੇ ਵਿੱਚ ਵੀ ਹੁੰਦਾ ਹੈ ਨਾ, ਇੱਥੇ ਤਾਂ ਘੱਟ ਹੈ, ਬਹੁਤੀ ਥਾਂ ਹੀ ਵੇਖਿਆ ਉੱਥੇ ਸ਼ਨੀਚਰਵਾਰ ਛੋਲਿਆਂ ਦਾ ਪ੍ਰਸ਼ਾਦ ਬਹੁਤ ਆਏਗਾ, ਮੰਗਲਵਾਰ ਪੀਲਾ ਪ੍ਰਸ਼ਾਦ ਆਏਗਾ। ਹੁਣ ਉਹਨਾਂ ਨੂੰ ਇੰਨਾ ਹੀ ਪਤਾ ਵੀ ਚੜ੍ਹਾਈ ਦਾ ਹੁੰਦਾ ਹੈ, ਇਹ ਨਹੀਂ ਪਤਾ ਵੀ ਇਹ ਸੋਚ ਪਨਪ ਕੇ ਆਈ ਕਿੱਥੋਂ ਹੈ, ਵੀ ਤੁਸੀਂ ਦਿਨ ਕਿਉਂ ਮਿਥਲੇ ਨੇ, ਫਿਰ ਇਸ ਚੀਜ਼ ਦਾ ਕੀ ਅਰਥ ਹੈ। ਕਿਉਂਕਿ ਉਹ ਉੱਥੇ ਸਾਰੀਆਂ ਵਿਧੀਆਂ ਜਦੋਂ ਆਈਆਂ ਨੇ ਸਾਨੂੰ ਉਹ ਪਿਛੋਕੜ ਭੁੱਲਿਆ ਹੋਇਆ, ਪਰ ਸਾਨੂੰ ਇੰਨਾ ਪਤਾ ਵੀ ਇਵੇਂ ਕਰੀਦਾ, ਤਾਂ ਅਸੀਂ ਭਰਮਵਸ ਕਰਦੇ ਰਹਿੰਦੇ ਹਾਂ। ਹੋਰ ਬਹੁਤ ਕੁਝ ਨੇ, ਤਾਂ ਮੈਂ ਇੱਕ ਛੋਟੀ ਜਿਹੀ ਉਦਾਹਰਣ ਦਿੱਤੀ ਹੈ, ਬਹੁਤ ਛੋਟੀ ਜਿਹੀ। ਅਸੀਂ ਸ਼ਬਦ ਦੇ ਮੂਲ ਭਾਵ ਵੱਲ ਪਰਤੀਏ। ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਹਨ, ਹੋਂ ਤੋਂ ਏਕ ਰਮਈਆ ਲੈ ਹੋਂ, ਆਨ ਦੇਵ ਬਦਲਾਵਨ ਦੇ ਹੋਂ। ਮੈਂ ਤਾਂ ਕੇਵਲ ਇੱਕ ਰਮਈਆ ਸਰਵ ਵਿਆਪਕ ਰਾਮ ਪਰਮੇਸ਼ਰ ਜੀ ਨੂੰ ਪੂਜਦਾ ਹਾਂ, ਮੰਨਦਾ ਹਾਂ, ਸਲਾਹੁੰਦਾ ਹਾਂ, ਸਿਫਤ ਕਰਦਾ ਹਾਂ, ਉਹਦੀ ਹੋਂਦ ਨੂੰ ਸਮੁੱਚੀ ਕਾਇਨਾਤ ਵਿੱਚੋਂ ਪਛਾਣਦਾ ਹਾਂ। ਕੇਵਲ ਇੱਕ
ਜਿਸ ਨੂੰ ਹਜ਼ੂਰ ਕਹਿੰਦੇ ਨਾ, ਮੇਰੇ ਮਨ ਏਕਸ ਸਿਉ ਚਿਤ ਲਾਏ, ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਏਕੋ ਜਪ ਏਕੋ ਸਲਾਹ, ਏਕ ਸਿਮਰ ਏਕੋ ਮਨ ਆਹ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰਿਆਪ, ਪੂਰਨ ਪੂਰ ਰਹਿਓ ਪ੍ਰਭ ਆਪ। ਅਨਕ ਵਿਸਥਾਰ ਏਕ ਤੇ ਭਏ, ਏਕ ਅਰਾਧ ਪ੍ਰਾਸ਼ਦ ਗਏ। ਤੋ ਕਿਤਨੇ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਲਏ ਜਾ ਸਕਦੇ। ਤੇ ਅਗਲਾ ਬੰਦ ਕੀ ਕਹਿੰਦਾ ਹੈ? ਆਨ ਦੇ ਬਦਲਾਵਨ ਦਾ, ਇੱਕ ਪਰਮੇਸ਼ਰ ਦੀ ਸੋਝੀ ਦੇ ਬਦਲੇ 'ਚ ਮੈਂ ਸਾਰੇ ਦੇਵੀ ਦੇਵਤੇ ਭੇਟਾ ਕਰਦਾ, ਵਾਰਨੇ ਕਰਦਾ। ਭਾਵ ਮੈਂ ਇਹਨਾਂ ਤੇ ਅਕੀਦਾ ਤੇ ਯਕੀਨ ਨਹੀਂ ਕਰਦਾ ਹਾਂ, ਮੈਂ ਕੁਦਰਤ ਦੀ ਪੈਦਾਇਸ਼ ਕਰਨ ਵਾਲੇ ਕਾਦਰ ਨੂੰ ਮੰਨਦਾ ਤੇ ਉਸ ਨੂੰ ਉਹਦੀ ਕੁਦਰਤ ਵਿੱਚੋਂ ਵਰਸਦਾ ਹੋਇਆ, ਵਾਪਰਦਾ ਹੋਇਆ ਵੇਖਦਾ ਤੇ ਉਹਦੇ ਹੁਕਮ ਦੇ ਪਾਬੰਦ ਰਹਿਣਾ ਕਿ ਸਾਰੀ ਕਾਇਨਾਤ ਹੁਕਮੀ ਹੁਕਮ ਚਲਾਏ, ਰਾਹ ਨਾਨਕ ਵਿਗਸੈ ਬੇਪਰਵਾਹ। ਕੋਈ ਵੱਖਰੀ ਤਾਕਤ ਸੰਸਾਰ ਨੂੰ ਨਹੀਂ ਚਲਾ ਰਹੀ ਵੀ ਉਹਨੂੰ ਕਰਿੰਦਿਆਂ ਦੀ ਲੋੜ ਹੈ, ਨੌਕਰਾਂ ਦੀ ਲੋੜ ਹੈ, ਵੀ ਉਹਨੂੰ ਕੋਈ ਫੈਕਟਰੀ ਖੋਲ੍ਹ ਰੱਖੀ ਹੈ, ਕਿਸੇ ਨੂੰ ਸੁਪਰਵਾਈਜ਼ਰ ਲਾ ਦਿੱਤਾ, ਕਿਸੇ ਨੂੰ ਮੈਨੇਜਰ ਬਣਾ ਦਿੱਤਾ, ਇਸ ਚੀਜ਼ ਦੀ ਉਹਨੂੰ ਕਿਸੇ ਨੂੰ ਪੇਪਰ ਵਰਕ ਤੇ ਲਾ ਦਿੱਤਾ। ਇਹ ਚੀਜ਼ ਦੀ ਨਹੀਂ ਕੋਈ ਮਸ਼ੀਨ ਚੱਲ ਰਹੀ ਹੈ ਵੀ ਉਹਨੂੰ ਵੱਖਰੇ ਵੱਖਰੇ ਢੰਗ ਨਾਲ ਚਲਾਉਣ ਲਈ ਬੰਦੇ ਚਾਹੀਦੇ ਨੇ। ਉਹਦਾ ਹੁਕਮ, ਉਹਦੀ ਰਜ਼ਾ, ਉਹਦਾ ਬਣਾਇਆ ਹੋਇਆ ਧਰਮ ਹੀ ਸਾਰੀ ਕੁਦਰਤ ਨੂੰ ਚਲਾਉਣ ਦੇ ਸਮਰੱਥ ਹੈ। ਉਸ ਨੂੰ ਕਿਸੇ ਹੋਰ ਦੂਜੀ ਤਾਕਤ ਦੀ ਸਹਾਇਤਾ ਦੀ ਜ਼ਰੂਰਤ ਨਹੀਂ ਹੈ। ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਜਿਤਨੇ ਵੀ ਬੋਲ ਆਪਾਂ ਪੜ੍ਹੀਏ ਤੋ ਆਰੰਭ ਦੇ ਵਾਕ ਵਿੱਚ ਕਹਿੰਦੇ ਨੇ। ਹੁਣ ਇਹ ਵਾਕ ਜਿੱਥੇ ਉਹਨਾਂ ਨੇ ਕਹੇ ਨੇ, ਉੱਥੇ ਲੋਕ ਜਿਸ ਤਰ੍ਹਾਂ ਦੇਵੀ ਦੇਵਤਿਆਂ ਨੂੰ ਹੀ ਪ੍ਰਵਾਨਿਤ ਮੰਨ ਕੇ ਇੱਕ ਨਿਰੰਕਾਰ ਨਿਰਗੁਣ ਰੂਪ ਵਿੱਚ ਉਸ ਦੀ ਉਪਾਸਨਾ ਤੋਂ ਟੁੱਟੇ ਸਨ, ਉਹਨਾਂ ਨੂੰ ਬੜੇ ਵਿਅੰਗਮਈ ਢੰਗ ਨਾਲ ਸਮਝ ਆਇਆ। ਉਹ ਕਹਿੰਦੇ ਨੇ ਮਨੁੱਖ ਜਿਹੋ ਜਿਹੀ ਦੀ ਪੂਜਾ ਕਰਦਾ ਉਹਦੀ, ਹੁਣ ਜਿਹੋ ਜਿਹਾ ਮਨੁੱਖ ਆਪ ਹੈ ਵੱਧ ਤੋਂ ਵੱਧ, ਜਿਸ ਦੀ ਉਹ ਪੂਜਾ ਕਰਦਾ, ਜੇ ਜਿਸ ਦੀ ਪੂਜਾ ਹੋ ਰਹੀ ਹੈ, ਜੇ ਉਹ ਸਭ ਤੋਂ ਵੱਡੀ ਕਿਰਪਾ ਕਰ ਦੇਵੇ ਆਪਣੇ ਪੁਜਾਰੀ ਦੇ ਉੱਤੇ, ਤੇ ਉਹਨੂੰ ਵੱਧ ਤੋਂ ਵੱਧ ਉਹ ਆਪਣੇ ਵਰਗਾ ਹੀ ਬਣਾ ਸਕਦਾ, ਆਪਣੇ ਤੋਂ ਵਧੇਰੇ ਤੇ ਨਹੀਂ ਨਾ ਬਣਾ ਸਕਦਾ। ਵੀ ਜਿਸ ਦੀ ਮੈਂ ਪੂਜਾ ਕਰਦਾ, ਜੋ ਮੇਰੇ ਤੇ ਅੰਤਾਂ ਦਾ ਤਰੁੱਠ ਜਾਏ, ਬਖਸ਼ਿਸ਼ ਕਰਦਾ ਹੈ, ਉਹ ਸਭ ਤੋਂ ਵੱਡੀ ਬਖਸ਼ਿਸ਼ ਕਰਨਾ ਚਾਹੇ ਤੇ ਉਹ ਕਹੇਗਾ ਭਰਾਵਾ ਜਿਹੋ ਜਿਹਾ ਮੈਂ ਉਹੋ ਜਿਹਾ ਤੂੰ ਹੋ ਜਾਏ, ਇਹ ਤੋਂ ਵੱਧ ਤਾਂ ਮੇਰੀ ਕਪੈਸਿਟੀ ਹੈ ਨਹੀਂ। ਇਸ ਨੂੰ ਬਾਣੀ ਦੇ ਸਿਧਾਂਤ ਵਿੱਚ ਕਿਹਾ, ਜੈਸਾ ਸੇਵੈ ਤੈਸੋ ਹੋਏ। ਜਿਸ ਨੂੰ ਤੁਸੀਂ ਮੰਨਦੇ ਹੋ ਜੋ ਰਹਿਮ ਕਰੇ, ਕਿਰਪਾ ਕਰੇ, ਤਾਂ ਵੱਧ ਤੋਂ ਵੱਧ ਤੁਸੀਂ ਉਹੋ ਜਿਹੇ ਹੋ ਸਕਦੇ। ਇਸ ਲਈ ਭਗਤ ਕਬੀਰ ਸਾਹਿਬ ਨੇ ਕਿਹਾ ਨਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਵਰਗਾ ਹੀ ਹਰੀ ਦਾ ਜਨ ਹੋਏ, ਉਹਦੇ ਵਿੱਚ ਹੀ ਇੱਕ ਸੁਰ ਹੋ ਜਾਏ, ਕਿਉਂਕਿ ਉਹਦਾ ਆਈਡੀਅਲ ਉਹ ਹੈ। ਸਿੱਖ ਨੂੰ ਕੋਈ ਪੁੱਛੇਗਾ ਤੂੰ ਕਿਹੋ ਜਿਹਾ ਹੋਣਾ ਚਾਹੁੰਦਾ, ਉਹ ਗੁਰੂ ਨਾਨਕ ਤੋਂ ਜੇ ਉਰੇ ਪਰੇ ਦੀ ਗੱਲ ਕਰਦਾ, ਇਹਦਾ ਮਤਲਬ ਉਹ ਗੁਰੂ ਨਾਨਕ ਵਰਗਾ ਹੋਣ ਦੀ ਇੱਛਾ ਤੇ ਤਲਬ ਹੀ ਨਹੀਂ ਰੱਖਦਾ। ਜੋ ਗੁਰੂ ਵਰਗਾ ਹੀ ਨਹੀਂ ਹੋਣਾ ਚਾਹੁੰਦਾ, ਜਿਹੜਾ ਉਹਦਾ ਆਈਡੀਅਲ ਹੈ, ਤੇ ਫਿਰ ਉਹ ਸਿੱਖੀ ਰਾਹ ਤੇ ਤੁਰਿਆ ਕਿਉਂ ਹੈ? ਸਿੱਖ ਦੀ ਮੰਜ਼ਿਲ ਹੈ ਗੁਰੂ ਵਿੱਚ ਅਭੇਦ ਹੋਣਾ, ਗੁਰੂ ਦਾ ਕਰਮ ਹੈ ਸਿੱਖ ਨੂੰ ਨਿਰੰਕਾਰ ਨਾਲ ਜੋੜਨਾ। ਇੱਥੇ ਉਸ ਭਾਵ ਨੂੰ ਬਿਆਨ ਕਰਦਿਆਂ ਹੋਇਆਂ ਭਗਤ ਨਾਮਦੇਵ ਸਾਹਿਬ ਕਥਦੇ ਹਨ, ਭੈਰੋ ਭੂਤ ਸੀਤਲਾ ਧਾਵੈ, ਖਰ ਬਾਹੁ ਨੋ ਛਾਰਿ ਉਡਾਵੈ। ਭੈਰੋ 6 ਜਤੀਆਂ ਦੇ ਵਿੱਚੋਂ ਇੱਕ ਜਤੀ ਹੈ ਤੇ ਸ਼ਿਵ ਦਾ ਇੱਕ ਰੂਪ ਹੈ। ਇਸ ਨੂੰ ਰੁਦਰ ਰੂਪ ਵੀ ਕਹਿੰਦੇ ਹਨ। ਬੜਾ ਭਿਆਨਕ ਰੂਪ ਹੈ ਇਸ ਦਾ, ਜਿਹੜਾ ਸਰੂਪ ਹੈ ਮਿਥਿਆ ਗਿਆ, ਜਿਸ ਤਰ੍ਹਾਂ ਪੁਰਾਣਾ ਵਿੱਚ ਉਹ ਬੜਾ ਭਿਅੰਕਰ ਮਿਥਿਆ ਗਿਆ, ਕੁੱਤੇ ਦੀ ਸਵਾਰੀ ਕਰਦਾ ਹੈ। ਸੀਤਲਾ ਇੱਕ ਦੇਵੀ ਹੈ ਜਿਸ ਨੂੰ ਬਿਮਾਰੀ ਦੂਰ ਕਰਨ ਵਾਲੀ ਦੇਵੀ ਕਿਹਾ ਜਾਂਦਾ ਹੈ, ਜਿਸ ਨੂੰ ਆਪਾਂ ਚੇਚਕ ਕਹਿੰਦੇ ਹਾਂ, ਸਮਾਲ ਪੌਕਸ ਕਹਿੰਦੇ ਹਾਂ। ਇਸ ਦੀ ਸਵਾਰੀ ਗਧੇ ਦੀ ਹੈ, ਸੁਨਹਿਰੀ ਰੰਗ ਦਾ ਇਸ ਦਾ ਚਿਤਰਣ ਹੈ, ਹੱਥ ਵਿੱਚ ਝਾੜੂ ਹੁੰਦਾ ਹੈ। ਤੁਸੀਂ ਹਰ ਦੇਵਤੇ ਦਾ ਵੇਖੋ ਵੱਖਰਾ ਵੱਖਰਾ ਰੂਪ ਘੜਿਆ ਗਿਆ। ਹੁਣ ਜੋ ਭੈਰੋ ਦੀ ਪੂਜਾ ਕਰਦੇ ਹਨ, ਜੋ ਸੀਤਲਾ ਦੀ ਪੂਜਾ ਕਰਦੇ ਹਨ, ਭਗਤ ਨਾਮਦੇਵ ਸਾਹਿਬ ਦੇ ਸ਼ਬਦ ਦੇ ਕੋਈ ਦੋਹਰੇ ਅਰਥ ਹੋ ਹੀ ਨਹੀਂ ਸਕਦੇ। ਕਿਤੇ ਕਿਤੇ ਤਾਂ ਹੁੰਦਾ ਨਾ, ਤੁਸੀਂ ਲਚਕੀਲਾਪਨ ਕਰਕੇ ਤੇ ਨਿਕਲ ਜਾਂਦੇ ਹੋ, ਪਰ ਇੱਥੇ ਬੜੀ ਸਪਸ਼ਟ ਜੀ ਵਿਆਖਿਆ ਹੈ ਭਗਤ ਜੀ ਦੀ, ਸਿੱਧੇ ਸਾਦੇ ਟਕਰਵੇਂ ਸ਼ਬਦਾਂ ਵਿੱਚ। ਉਹ ਕਹਿੰਦੇ ਨੇ ਖਰ ਬਾਹਨ ਉਹ ਛਾਰ ਉਡਾਵੇ। ਜੇ ਵੱਧ ਤੋਂ ਵੱਧ ਇਹਨਾਂ ਨੂੰ ਪੂਜਣ ਵਾਲਾ ਕਿਤੇ ਪਹੁੰਚੇਗਾ ਵੀ ਤੇ ਇਹਨਾਂ ਦਾ ਰੂਪ ਹੋ ਜਾਏ, ਤੇ ਉਹ ਕੀ ਉਹਦਾ ਰੂਪ ਹੋਏਗਾ? ਜੋ ਗਧੇ ਦੀ ਸਵਾਰੀ ਕਰਦਾ ਹੈ, ਜਿਸ ਦਾ ਆਪਣਾ ਭਿਅੰਕਰ ਰੂਪ ਹੈ, ਜੇ ਉਹ ਵੱਧ ਤੋਂ ਵੱਧ ਸਾਨੂੰ ਬਣਾਏ, ਆਪਣੇ ਵਰਗਾ ਬਣਾਏਗਾ,
ਤੇ ਤੁਸੀਂ ਇਸ ਰੂਪ ਨੂੰ ਪ੍ਰਵਾਨ ਕਰਦੇ ਹੋ ਵੀ ਇਹ ਹੋਣਾ ਚਾਹੁੰਦੇ ਹੋ? ਤੁਸੀਂ ਇਹੋ ਜਿਹੇ ਹੋ ਜਾਓ, ਤੁਸੀਂ ਇਮੈਜਨ ਕਰੋ ਵੀ ਅਸੀਂ ਇਹੋ ਜਿਹੇ ਹੋਈਏ ਤੇ ਕਿਹੋ ਜਿਹੇ ਹੋਵਾਂਗੇ। ਖਰ ਵਾਹਨ, ਖਰ ਮਤਲਬ ਗਧੇ ਨੂੰ ਕਹਿੰਦੇ, ਵਾਹਨ ਮਤਲਬ ਵਾਹਨ ਸਵਾਰੀ, ਉਹ ਛਾਰ ਉਡਾਵੇ, ਵੱਧ ਤੋਂ ਵੱਧ ਉਹ ਖੇ ਹੀ ਉਡਾ ਸਕਦਾ। ਫਿਰ ਇਸ ਤੋਂ ਅਗਲਾ ਵਾਕ ਪੜ੍ਹੀਏ, ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਰਦ ਚੜੇ ਡਉਰੂ ਟਮਕਾਵੈ। ਨੰਦੀ ਬਲਦ ਦਾ ਨਾਮ ਹੈ, ਜੋ ਸ਼ਿਵ ਦਾ ਵਾਹਨ ਹੈ, ਉਸ ਦੀ ਸਵਾਰੀ ਕਰਦਾ ਸ਼ਿਵ। ਹੱਥ ਵਿੱਚ ਡਮਰੂ ਹੈ, ਤ੍ਰਿਸ਼ੂਲ ਹੈ, ਜਟਾਧਾਰੀ ਹੈ, ਔਰ ਕ੍ਰੋਧੀ ਤਾਮਸੀ ਸੁਭਾਅ ਦਾ ਉਹਨੂੰ ਮੰਨਿਆ ਗਿਆ। ਜਿਸ ਵੇਲੇ ਉਹ ਕ੍ਰੋਧ ਵਿੱਚ ਆਉਂਦਾ ਤੇ ਪਰਲੋ ਲੈ ਆਉਂਦਾ। ਤੇ ਹੁਣ ਜੇ ਅਸੀਂ ਕ੍ਰੋਧ ਛੱਡਣ ਵਾਸਤੇ ਉਹਦੀ ਪੂਜਾ ਕਰੀਏ ਤੇ ਤਾਂ ਬੜੀ ਅਜੀਬ ਕਿਸਮ ਦੀ ਕਹਾਣੀ ਹੋਏਗੀ। ਤੇ ਕ੍ਰੋਧ ਸਾਨੂੰ ਆਵੇ ਤੇ ਪਰਲੋ ਅਸੀਂ ਵੈਸੇ ਹੀ ਲਿਆ ਦਿੰਦੇ ਹਾਂ। ਘਰ 'ਚ ਚੀਜ਼ਾਂ ਦੀ ਭੰਨ ਤੋੜ ਹੁੰਦੀ ਹੈ, ਗਾਲੀ ਗਲੋਚ ਹੁੰਦਾ ਹੈ, ਰੌਲਾ ਰੱਪਾ ਪੈਂਦਾ, ਕੋਰਟਾਂ ਕਚਹਿਰੀਆਂ ਚਲੇ ਜਾਂਦੇ ਆ, ਤੇ ਕ੍ਰੋਧ ਸਾਨੂੰ ਇਹ ਦਿਨ ਵਿਖਾ ਦਿੰਦਾ। ਹੁਣ ਇੱਥੇ ਬਚਨ ਕੀਤਾ, ਕਹਿਣ ਲੱਗੇ ਸ਼ਿਵ ਸ਼ਿਵ ਕਰਦੇ ਜੋ ਨਰ ਧਿਆਵੈ, ਜੋ ਇਸ ਤਰ੍ਹਾਂ ਧਿਆਉਂਦੇ ਹਨ, ਬਰਦ ਚੜੇ, ਜੇ ਵੱਧ ਤੋਂ ਵੱਧ ਸੰਬੰਧਿਤ ਭਗਵਾਨ ਉਹਨਾਂ ਨੂੰ ਆਪਣੇ ਵਰਗਾ ਕਰ ਲਏ ਤਾਂ ਬਰਦ ਚੜੇ ਡਉਰੂ ਟਮਕਾਵੈ। ਫਿਰ ਆਖਦੇ ਨੇ ਮਹਾਮਾਈ ਕੀ ਪੂਜਾ ਕਰੈ, ਨਰ ਸਹਿ ਨਾਰ ਹੋਇਆ ਉਤਰੈ। ਮਹਾਮਾਈ ਤੋਂ ਭਾਵ ਪਾਰਬਤੀ ਤੋਂ ਹੈ। ਸ਼੍ਰੋਮਣੀ ਦੇਵੀ ਮਹਾਮਾਈ ਦਾ ਭਾਵ ਹੈ ਪਾਰਬਤੀ। ਫਿਰ ਆਖਦੇ ਨੇ ਉਹ ਵੱਧ ਤੋਂ ਵੱਧ ਕਿੱਥੇ ਪਹੁੰਚੇਗਾ? ਨਰ ਤੋਂ ਇਨਸਾਨ, ਜਿਹੜਾ ਪੁਰਸ਼ ਤੋਂ ਔਰਤ ਦੇ ਰੂਪ ਵਿੱਚ ਜਨਮ ਲੈ, ਜੇ ਵੱਧ ਤੋਂ ਵੱਧ ਉਹ ਆਪਣੇ ਇਸ਼ਟ ਵਰਗਾ ਹੋਏ। ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਭਵਾਨੀ ਦੁਰਗਾ ਦਾ ਨਾਮ ਹੈ, ਤੇ ਦੁਰਗਾ ਪਾਰਬਤੀ ਦਾ ਇੱਕ ਰੂਪ ਹੈ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਇਹ ਸ਼ਬਦ ਜਿਹੜਾ ਹੈ ਕਹਿੰਦਾ ਹੈ ਵੀ ਤੂੰ ਆਪਣੇ ਆਪ ਨੂੰ ਹੇ ਦੇਵੀ ਆਦ ਮੁੱਢ ਮੰਨਦੀ ਹੈ, ਮੂਲ ਦੇਵੀ ਹੈ, ਭਵਾਨੀ ਹੈ, ਦੁਰਗਾ ਹੈ, ਪਰ ਆਪਣੇ ਪਿਆਰਿਆਂ ਨੂੰ ਵਿਖੇ ਵਿਕਾਰਾਂ ਦੇ, ਕ੍ਰੋਧ ਦੇ ਜੰਜਾਲ ਤੋਂ ਬਾਹਰ ਕੱਢਣ ਵਾਸਤੇ ਤੂੰ ਕਿੱਥੇ ਲੁਕ ਜਾਂਦੀ ਹੈ? ਭਾਵ ਤੇਰੇ ਕੋਲ ਵੀ ਮਨੁੱਖ ਦੀਆਂ ਪੇਚੀਦਗੀਆਂ ਦੀ ਮੁਕਤੀ ਦਾ ਮਾਰਗ ਹੈ ਨਹੀਂ। ਮਨੁੱਖ ਉਹਨੇ ਦਾਇਰੇ ਵਿੱਚ ਜ਼ਰੂਰ ਉਲਝਿਆ ਰਹਿ ਸਕਦਾ। ਤੇ ਅਖੀਰਲੇ ਵਾਕ ਵਿੱਚ ਫਰਮਾਉਂਦੇ ਹਨ, ਗੁਰਮਤਿ ਰਾਮ ਨਾਮ ਗਹੁ ਮੀਤਾ। ਭਗਤ ਜੀ ਕਹਿੰਦੇ, ਹੇ ਮੇਰੇ ਪਿਆਰੇ ਮਿੱਤਰ, ਕਿੰਨਾ ਖੁੱਲ੍ਹਾ ਸਮਾਂ ਹੋਏਗਾ ਜਦੋਂ ਭਗਤ ਜੀ ਨੇ ਸ਼ਬਦ ਲਿਖੇ ਹੋਣਗੇ ਤੇ ਉਹਨਾਂ ਦੇ ਅਨੁਯਾਈਆਂ ਨੇ ਪੜ੍ਹੇ ਹੋਣਗੇ। ਅੱਜ ਵਰਗਾ ਨਹੀਂ ਤੇ 295 ਦੀ ਧਾਰਾ ਵਿੱਚ ਭਗਤ ਜੀ ਅੰਦਰ ਹੁੰਦੇ ਤੇ ਉਹਨਾਂ ਦਾ ਵਕੀਲ ਉਹਨਾਂ ਦਾ ਕੇਸ ਲੜਦਾ, ਕਿਉਂਕਿ ਸਾਡੇ ਅੰਦਰ ਵਿਚਾਰ ਦਾ ਮਾਦਾ ਸਮੇਂ ਨਾਲ ਖਤਮ ਹੋ ਗਿਆ। ਤੁਸੀਂ ਇੱਕ ਮਜ਼ਹਬ ਦੇ ਦਾਇਰੇ ਵਿੱਚ ਵੀ ਇਹ ਗੱਲ ਨਹੀਂ ਕਹਿ ਸਕਦੇ। ਮਜ਼ਹਬ ਦੇ ਦਾਇਰੇ ਤੋਂ ਬਾਹਰ ਕਹਿਣੀ ਤਾਂ ਬਹੁਤ ਕਠਿਨ ਗੱਲ ਹੈ। ਕਾਨੂੰਨ ਜਿਹੜੇ ਹਨ ਉਹ ਤਕੜੀਆਂ ਧਿਰਾਂ ਨੇ ਆਪਣੇ ਹੱਕ ਵਿੱਚ ਘੜ ਲਏ ਨੇ, ਉਹ ਤਾਂ ਘੱਟ ਗਿਣਤੀਆਂ ਵਾਸਤੇ ਜਾਂ ਜਿਹੜੇ ਉਹਨਾਂ ਦੇ ਵਿਚਾਰਾਂ ਦੇ ਬਰਖਲਾਫ ਨੇ ਉਹਨਾਂ ਵਾਸਤੇ ਜੋ ਮਰਜ਼ੀ ਕਹਿ ਸਕਦੇ, ਕਿਉਂਕਿ ਉਹਨਾਂ ਦੇ ਕੋਲ ਰਾਜ ਹੈ, ਤਾਕਤ ਹੈ, ਸੱਤਾ ਹੈ, ਕਾਨੂੰਨ ਹੈ, ਐਡਮਿਨਿਸਟ੍ਰੇਟਰ ਹੈ, ਪ੍ਰਸ਼ਾਸਨ ਹੈ, ਅਦਾਲਤ ਹੈ। ਪਰ ਜਿਹੜੇ ਘੱਟ ਗਿਣਤੀ ਵਿੱਚ ਹਨ ਜਾਂ ਉਹਨਾਂ ਦੀ ਵਿਚਾਰਧਾਰਾ ਨਾਲ ਇਤਫਾਕ ਨਹੀਂ ਰੱਖਦੇ, ਅਗਰ ਉਹ ਕਹਿਣਗੇ ਤੇ ਉਹ ਕੇਸਾਂ 'ਚ ਉਲਝਾਏ ਜਾਣਗੇ। ਇੱਕ ਮੋੜ ਉਹਨਾਂ ਦੇ ਜੀਵਨ 'ਚ ਆਇਆ ਭਗਤ ਜੀ ਦੇ, ਉਹਨਾਂ ਨੂੰ ਵੀ ਹਾਥੀਆਂ ਅੱਗੇ ਸੁੱਟਿਆ ਗਿਆ, ਤਕਲੀਫ ਦਿੱਤੀ ਗਈ, ਪਰ ਫਿਰ ਵੀ ਉਹਨਾਂ ਦੇ ਸ਼ਬਦ ਜਿੰਦਾ ਰਹੇ, ਉਹਨਾਂ ਦੇ ਉਪਦੇਸ਼ ਕਾਇਮ ਰਹੇ, ਉਹਨਾਂ ਦੀ ਬਾਣੀ ਚਿਰੰਜੀਵੀ ਰਹੀ। ਗੁਰੂ ਨਾਨਕ ਸਾਹਿਬ ਨੇ ਬਾਣੀ ਆਪ ਇਕੱਤਰ ਕੀਤੀ ਆਪਣੀ ਬਾਣੀ ਦੇ ਨਾਲ। ਤੋ ਜਿਹੜੇ ਸਿੱਖ ਭਾਈ ਜਿਹੜੇ ਹਨ ਉਹ ਜੇ ਅਜੇ ਵੀ ਦੇਵੀ ਦੇਵਤਿਆਂ ਦੀ ਉਪਾਸਨਾ ਵਿੱਚ ਜੁੜੇ ਹੋਏ ਨੇ ਤਾਂ ਜਾਂ ਤਾਂ ਉਹਨਾਂ ਦੇ ਸ਼ਬਦ ਪੜ੍ਹੇ ਨਹੀਂ, ਤੇ ਜਾਂ ਉਹ ਸੁਣਨਾ ਚਾਹੁੰਦੇ ਨਹੀਂ, ਜਾਂ ਉਹ ਪੜ੍ਹਨਾ ਚਾਹੁੰਦੇ ਨਹੀਂ, ਜਾਂ ਫਿਰ ਉਹ ਇਹ ਸੋਚਦੇ ਨੇ ਵੀ ਖੌਰੇ ਭਾਈ ਆਪਣੇ ਕੋਲੋਂ ਕਹਿੰਦੇ ਨੇ ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖੇ ਨਹੀਂ ਹੋਏ ਹੋਣਗੇ। ਤੋ ਕਿਤੇ ਨਾ ਕਿਤੇ ਕੋਈ ਡਾਊਟ ਹੈ। ਬਾਣੀ ਵਿੱਚ ਲਿਖਿਆ, ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਤ ਸ਼ਾਸਤ ਜਿਹਨੇ ਉਪਾਏ, ਕਿ ਦੇਵੀ ਦੇਵਾ ਮੂਲ ਹੈ ਮਾਇਆ, ਇਹਨਾਂ ਦਾ ਮੂਲ ਸਰੋਤ ਮਾਇਆ ਹੈ। ਇਹ ਮਾਇਆਵੀ ਬਿਰਤੀ ਵਿੱਚੋਂ ਪੈਦਾ ਹੋਈਆਂ ਚੀਜ਼ਾਂ ਹਨ। ਤੋ ਬਹੁਤ ਤਫਸੀਲ ਹੈ, ਬਹੁਤ ਲੰਬੀ ਚੌੜੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿੱਥੇ ਜਿੱਥੇ ਵੀ ਸ਼ਬਦ ਆਉਣਗੇ ਤੁਸੀਂ ਬੜੇ ਖੁੱਲ੍ਹੇ ਮਨ ਨਾਲ ਪੜ੍ਹ ਸਕਦੇ ਹੋ, ਇਹ ਲਿਖੇ ਹੋਏ। ਤੋ ਭਗਤ ਜੀ ਨੇ ਆਪਣਾ ਉਪਦੇਸ਼ ਕਲਮਬੰਦ ਕਰਦਿਆਂ ਹੋਇਆਂ ਲਿਖਿਆ ਹੈ ਅਖੀਰ ਦੇ ਉੱਤੇ, ਸ਼ਬਦ ਨੂੰ ਸੰਕੋਚਦਿਆਂ, ਗੁਰਮਤਿ ਗੁਰੂ ਦੀ ਮਤ ਲਵੋ, ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ, ਉਹਦੀ ਹੋਂਦ ਦੇ ਅਹਿਸਾਸ ਨੂੰ ਗਹੋ ਹਿਰਦੇ ਵਿੱਚ ਵਸਾਓ ਮੀਤਾ। ਹੇ ਮੇਰੇ ਮਿੱਤਰ,
ਪ੍ਰਣਵੈ ਨਾਮਾ ਇਉਂ ਕਹੈ ਗੀਤਾ। ਗੀਤਾ ਦੇ ਦੋ ਅਰਥ ਇੱਥੇ ਕੀਤੇ ਨੇ। ਇੱਕ ਤਾਂ ਗੀਤਾ ਦੇ ਇੱਕ ਸ਼ਲੋਕ ਦਾ ਹਵਾਲਾ ਦੇ ਕੇ ਲਿਖਿਆ ਵੀ ਵੇਖੋ ਉੱਥੇ ਵੀ ਆਹ ਚੀਜ਼ ਲਿਖੀ ਹੈ, ਤੁਸੀਂ ਇੱਕ ਚੰਗੀ ਗੱਲ ਨੂੰ ਛੱਡ ਕੇ ਬਾਹਰ ਦੀਆਂ ਕਿਰਿਆਵਾਂ 'ਚ ਉਲਝੇ ਹੋਏ। ਤੇ ਇੱਕ ਗੀਤਾ ਦਾ ਅਰਥ ਇਹ ਕਿਹਾ ਵੀ ਪ੍ਰਣਵੈ ਨਾਮਾ, ਨਾਮ ਦਿਓ ਕਹਿੰਦਾ ਹੈ, ਇਉਂ ਕਹੈ ਗੀਤਾ। ਪ੍ਰਣਵਤ ਨਾਮ ਦੇਵ, ਇਉਂ ਰੱਬ ਦਾ ਗੀਤ ਕਹਿੰਦਾ ਹੈ, ਰੱਬ ਦੀ ਸਿਫਤ ਸਲਾਹ ਦੇ ਬਚਨ ਆਖਦਾ ਹੈ। ਤੇ ਉਹ ਕੀ ਹੈ? ਗੁਰਮਤਿ ਰਾਮ ਨਾਮ ਗਉ ਮੀਤਾ। ਹੇ ਮੇਰੇ ਮਿੱਤਰ, ਗੁਰੂ ਦੀ ਮੱਤ ਲੈ ਕੇ ਸਰਵ ਵਿਆਪਕ ਪਰਮੇਸ਼ਰ ਦੀ ਹੋਂਦ ਦਾ ਚੇਤਾ ਕਰੋ। ਉਹ ਇੱਕ ਹੈ, ਸਰਵ ਵਿਆਪੀ ਹੈ। ਏਕ ਹੀ ਏਕ ਅਨੇਕ ਹੋਏ ਬਿਸਤਰਿਓ, ਆਨ ਰਿਆਨ ਭਰਪੂਰ ਸੋ। ਸਤਿਗੁਰੂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।